ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸ਼੍ਰੀ ਰਾਗ ਮਹੱਲਾ ਪਹਿਲਾ। ਭਰਮੇ ਭਾਹੇ ਨਾ ਵਿਜੂਵੈ, ਜੇ ਭਵੈ ਦਸੰਤਰ ਦੇਸ਼। ਅੰਤਰ ਮੈਲ ਨ ਉਤਰੈ, ਤ੍ਰਿਗ ਜੀਵਨ ਤ੍ਰਿਗ ਵੇਸ। ਹੋਰ ਕਿਤੈ ਭਗਤ ਨ ਹੋਵਈ, ਬਿਨ ਸਤਿਗੁਰ ਕੇ ਉਪਦੇਸ਼। ਮਨ ਰੇ ਗੁਰਮੁਖ ਅਗਨ ਨਿਵਾਰ, ਗੁਰ ਕਾ ਕਹਿਆ ਮਨ ਵਸੈ। ਹਉ ਮੈਂ ਤ੍ਰਿਸ਼ਨਾ ਮਾਰ ਰਹਾਉ, ਮਨ ਮਾਣਕ ਮਨ ਮਾਣਕ ਨਿਰਮੋਲ ਹੈ। ਰਾਮ ਨਾਮ ਪਤ ਪਾਏ, ਮਿਲ ਸਤ ਸੰਗਤ ਹਰ ਪਾਈਐ। ਗੁਰਮੁਖ ਹਰ ਲਿਵ ਲਾਏ, ਆਪ ਗਿਆ ਸੁਖ ਪਾਇਆ। ਮਿਲ ਸਲਲੇ ਸਲਲ ਸਮਾਏ, ਜਿਨ ਹਰ ਹਰ ਨਾਮ ਨਾ ਚੇਤਿਆਉ। ਸੇ ਔਗੁਣ ਆਵੈ ਜਾਏ, ਜਿਸ ਸਤਿਗੁਰ ਪੁਰਖ ਨਾ ਭੇਟਿਓ। ਸੋ ਭਉ ਜਲ ਪਚੈ ਪਚਾਏ, ਇਹ ਮਾਣਕ ਜੀਉ ਨਿਰਮੋਲ ਹੈ। ਇਉ ਕੌਡੀ ਬਦਲੈ ਜਾਏ, ਜਿਨ੍ਹਾਂ ਸਤਿਗੁਰ ਰਸ ਮਿਲੈ। ਸੇ ਪੂਰੇ ਪੁਰਖ ਸੁਜਾਨ, ਗੁਰ ਮਿਲ ਭਉ ਜਲ ਲੰਘੀਐ। ਦਰਗਾਹ ਪਤ ਪਰਵਾਨ, ਨਾਨਕ ਤੇ ਮੁਖ ਉਜਲੇ। ਧੁਨ ਉਪਜੈ ਸ਼ਬਦ ਨਿਸ਼ਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ। ਹਾਜ਼ਰਾ ਹਜ਼ੂਰ ਸਾਹਿਬ ਕਮਾਲ ਸ਼ਬਦ ਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕੋਟਾਨ ਕੋਟਾਨ ਕਿਰਪਾ ਰਹਿਮਤ ਤੇ ਬਖਸ਼ਿਸ਼ ਦੇ ਨਾਲ ਹਰ ਰੋਜ਼ ਦੀ ਤਰ੍ਹਾਂ ਫੇਸਬੁੱਕ ਲਾਈਵ ਆਡੀਓ ਤੇ ਵਟਸਐਪ ਦੇ ਗੁਰਬਾਣੀ ਵਿਚਾਰ ਗਰੁੱਪ ਦੇ ਰਾਹੀਂ ਲੜੀਵਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜੋ ਪਾਵਨ ਗੁਰੂ ਸ਼ਬਦ ਵਿਆਖਿਆ ਸ਼ੁਰੂ ਕੀਤੀ ਗਈ ਹੈ, ਜਿਸ ਦੇ ਵਿੱਚ ਹੁਣ ਤੱਕ ਸ਼੍ਰੀ ਰਾਗ ਦੇ 21 ਨੰਬਰ ਸ਼ਬਦ ਤੱਕ ਵਿਚਾਰ ਕੀਤੀ ਜਾ ਚੁੱਕੀ ਹੈ। ਤੇ ਅੱਜ ਹੁਣੇ ਆਪ ਜੀ ਦੇ ਸਨਮੁਖ 22ਵਾਂ ਨੰਬਰ ਸ਼ਬਦ ਪੜ੍ਹਿਆ ਗਿਆ ਹੈ, ਤੇ ਜਿਹਦੀ ਵਿਚਾਰ ਅੱਜ ਸਤਿਗੁਰੂ ਜੀ ਕਿਰਪਾ ਕਰਨ, ਸੁਮਤ ਬਖਸ਼ਣ, ਸਮਝ ਬਖਸ਼ਣ ਕਿ ਆਪਾਂ ਰਲ ਮਿਲ ਕੇ ਸਤਿਗੁਰੂ ਜੀ ਕੇ ਇਹਨਾਂ ਉਪਦੇਸ਼ਾਂ ਨੂੰ, ਇਹਨਾਂ ਬਚਨਾਂ ਨੂੰ ਸਮਝ ਸਕੀਏ ਤੇ ਆਪਣੇ ਜੀਵਨ ਨੂੰ ਸੱਚ ਦੀ ਕਸਵੱਟੀ ਤੇ ਲਾਉਂਦਿਆਂ ਹੋਇਆਂ ਇਸ ਮਨੁੱਖਾ ਜੀਵਨ ਨੂੰ ਸਫਲ ਬਣਾਈਏ ਤੇ ਚੰਗੇ ਇੱਕ ਇਨਸਾਨੀਅਤ ਦਾ ਜੀਵਨ ਜਿਉਂਦਿਆਂ, ਗੁਰਸਿੱਖੀ ਦੇ ਗਾਡੀ ਰਾਹ ਤੇ ਤੁਰਦਿਆਂ, ਇੱਕ ਅਕਾਲ ਪੁਰਖ ਨੂੰ ਚੇਤੇ ਕਰਦਿਆਂ ਆਪਣੇ ਜੀਵਨ ਨੂੰ ਸਫਲ ਕਰ ਸਕੀਏ। ਕਿਉਂਕਿ ਜਿਹੜਾ ਇਹ ਮਨੁੱਖਤਾ ਦਾ ਜੀਵਨ ਆ ਨਾ, ਇਹ ਸਤਿਗੁਰੂ ਜੀ ਨੇ ਸਾਰਿਆਂ ਜੀਵਾਂ ਤੋਂ ਉੱਪਰ ਬਖਸ਼ਿਆ, ਮਹਿੰਗਾ ਬਖਸ਼ਿਆ, ਜਿਹਦੇ ਵਿੱਚ ਅੱਖੀਂ ਵੇਖਣ, ਕਰਨ ਸੁਣ,
ਮੁਖ ਸ਼ੁਭ ਬੋਲਣ ਬਚਨ ਸੁਨੇਹੀ। ਜਿਹਦੇ ਵਿੱਚ ਅੱਖਾਂ ਮਾਨਵਤਾ ਵਿੱਚ ਪ੍ਰਮਾਤਮਾ ਵੇਖਣ ਲਈ ਦਿੱਤੀਆਂ ਹਨ, ਕੰਨ ਚੰਗਾ ਸੁਣ ਲਈ ਦਿੱਤੇ ਹਨ, ਤੇ ਜੀਭਾ ਅੰਮ੍ਰਿਤਮਈ ਸ਼ਬਦ ਮੁਖ ਤੋਂ ਅਲਾਪਣ ਲਈ ਦਿੱਤੀ ਹੈ। ਗੱਲ ਕੀ ਇਹ ਜਿਤਨੇ ਸਰੀਰ ਦੇ ਗਿਆਨ ਇੰਦਰੇ ਤੇ ਕਰਮ ਇੰਦਰੇ ਨੇ, ਇਹਨਾਂ ਨੂੰ ਚਲਾਉਣ ਵਾਲਾ ਮਨ ਹੈ। ਤੇ ਸਤਿਗੁਰੂ ਜੀ ਨੇ ਇਸ ਮਨ ਨੂੰ ਹੀ ਬਾਰ-ਬਾਰ ਸੁਧਾਰਨ ਵਾਸਤੇ ਕੋਸ਼ਿਸ਼ ਕੀਤੀ ਹੈ ਕਿ ਇਹ ਮਨ ਚੰਚਲਤਾਈਆਂ ਛੱਡ ਦੇਵੇ, ਚਤੁਰਾਈਆਂ ਛੱਡ ਦੇਵੇ, ਸਿਆਣਪਾਂ ਛੱਡ ਦੇਵੇ ਤੇ ਗੁਰਮੁਖ ਬਣ ਕੇ ਆਪਣੇ ਜੀਵਨ ਨੂੰ ਗੁਰੂ ਦੇ ਸਨਮੁਖ ਰੱਖ ਕੇ ਸਫਲ ਕਰ ਸਕੇ। ਕਿਉਂਕਿ ਇਹ ਮਨ ਇਹ ਨਹੀਂ ਕਿ ਜਾਣਦਾ ਨਹੀਂ ਹੈ, ਇਹ ਬੜਾ ਸਿਆਣਾ ਹੈ, ਚਾਤੁਰ ਹੈ, ਸਮਝ ਹੈ ਇਹਨੂੰ ਸਭ ਕੁਝ, ਪਰ ਇਹ ਜਾਣ ਬੁੱਝ ਕੇ ਭਰਮ ਤੇ ਆਪਣੇ ਆਪ ਨੂੰ ਭੁਲੇਖੇ ਵਿੱਚ ਰੱਖ ਰਿਹਾ ਹੈ। ਜਾਣ ਬੁੱਝ ਕੇ ਅਣਜਾਣ ਬਣ ਰਿਹਾ ਹੈ। ਜਾਣ ਬੁੱਝ ਕੇ ਇਹ ਗੁਰਮਤ ਪ੍ਰਮਾਤਮਾ ਨੂੰ ਸਮਝਣਾ ਨਹੀਂ ਚਾਹੁੰਦਾ, ਗੁਰਮਤ ਦੀ ਭਾਸ਼ਾ ਜਾਣਨਾ ਨਹੀਂ ਚਾਹੁੰਦਾ। ਕਿਉਂਕਿ ਇਹਦਾ ਸੁਭਾਅ ਇਹ ਹੈ ਕਿ ਮੈਨੂੰ ਕਰਮ ਨਾ ਕਰਨਾ ਪਵੇ, ਸੁੱਤੇ ਚਿੱਤ ਮੈਨੂੰ ਬੈਠੇ ਬਿਠਾਇਆ ਹੀ ਸਭ ਕੁਝ ਮਿਲ ਜਾਵੇ। ਕਿਉਂਕਿ ਜੀਵਨ ਦੇ ਵਿੱਚ ਆਲਸਪੂਣਾ ਹੈ, ਲੇਜ਼ੀਪੂਣਾ ਹੈ, ਕੇਅਰਲੈਸ ਜੀਵਨ ਹੈ। ਹੁਣ ਜਦੋਂ ਗੁਰੂ ਦੇ ਦੱਸੇ ਰਾਹ ਨੂੰ ਸਮਝਣ ਦੀ ਕੋਸ਼ਿਸ਼ ਕਰੀਦੀ ਹੈ ਗੁਰਬਾਣੀ ਦੇ ਵਿੱਚ, ਤਕਰੀਬਨ ਆਪਾਂ ਸਾਰੇ ਹੀ ਜਪਜੀ ਸਾਹਿਬ ਦਾ ਪਾਠ ਕਰਦੇ ਹਾਂ। ਉਹਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਬਾਰ-ਬਾਰ ਇੱਕ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਐ ਮਨੁੱਖ ਤੂੰ ਉਦਮ ਕਰ, ਹੇ ਮਨੁੱਖ ਤੂੰ ਸੱਚ ਦੇ ਰਾਹ ਤੇ ਤੁਰ, ਚੰਗੇ ਗੁਣ ਆਪਣੇ ਜੀਵਨ ਦੇ ਵਿੱਚ ਵਸਾ। ਐਸੇ ਮੁਖ ਤੋਂ ਪਿਆਰ ਦੇ ਬੋਲ ਬੋਲ ਕਿ ਪ੍ਰਮਾਤਮਾ ਤੇ ਤੇਰੀ ਆਪਸੀ ਸਾਂਝ ਬਣ ਜਾਵੇ। ਪੂਰੀ ਦੀਆਂ ਪੂਰੀਆਂ 38 ਪੌੜੀਆਂ ਮਨੁੱਖ ਦੇ ਜੀਵਨ ਨੂੰ ਸੰਭਾਲਦੀਆਂ ਨੇ, ਤਰਾਸ਼ਦੀਆਂ ਨੇ। ਪਰ ਅਸੀਂ ਪਾਠ ਤੇ ਕਰ ਰਹੇ ਹਾਂ, ਗੁਸਤਾਖੀ ਮਾਫ, ਜੀਵਨ ਨੂੰ ਸੰਵਾਰਨ ਵਾਸਤੇ ਨਹੀਂ, ਅਸੀਂ ਸਗੋਂ ਪਦਾਰਥਾਂ ਦੀ ਮੰਗ ਵਾਸਤੇ ਕਰ ਰਹੇ ਹਾਂ। ਕਿਉਂਕਿ ਆਤਮਿਕ ਸੁੱਖ ਜਿਹੜਾ ਮਿਲਣਾ ਹੈ ਨਾ, ਉਹ ਪਦਾਰਥਾਂ ਦੀ ਜਦੋਂ ਪਕੜ ਹੱਥਾਂ ਤੋਂ ਛੁੱਟਣੀ ਸ਼ੁਰੂ ਹੋ ਜਾਵੇਗੀ, ਬਾਹਰ ਦੀਆਂ ਬਿਰਤੀਆਂ ਹਟਾ ਕੇ ਅੰਦਰ ਦੀ ਖੋਜ ਸ਼ੁਰੂ ਹੋ ਜਾਵੇਗੀ ਤੇ ਇੱਕ ਆਤਮਿਕ ਸੁੱਖ ਮਿਲਣਾ ਸ਼ੁਰੂ ਹੋ ਜਾਵੇਗਾ। ਪਦਾਰਥਾਂ ਦੇ ਵਿੱਚੋਂ ਸੁੱਖ ਨਾ ਕਦੀ ਮਿਲਿਆ ਤੇ ਨਾ ਮਿਲਣਾ ਹੈ। ਜੇ ਅਸੀਂ ਆਖੀਏ ਕਿ ਸ਼ਾਇਦ ਬਾਹਰ ਦੀਆਂ ਚੀਜ਼ਾਂ ਸਾਨੂੰ ਸੁਖੀ ਕਰ ਦੇਣਗੀਆਂ ਜਾਂ ਬਾਹਰ ਦੀਆਂ ਚੀਜ਼ਾਂ ਸਾਨੂੰ ਸੁੱਖ ਦੇ ਦੇਣਗੀਆਂ, ਇਹ ਤੇ ਸਦਾ ਭਰਮ 'ਚ ਰੱਖਣਗੀਆਂ, ਭੁਲੇਖੇ 'ਚ ਰੱਖਣਗੀਆਂ। ਕਿਉਂਕਿ ਇਹ ਮਾਇਆ ਦਾ ਰੂਪ ਹੈ ਤੇ ਮਾਇਆ ਪਰਮਾਤਮਾ ਤੋਂ ਦੂਰ ਲੈ ਕੇ ਜਾ ਰਹੀ ਹੈ। ਤੇ ਸਤਿਗੁਰੂ ਜੀ ਕੀ ਕਰ ਰਹੇ ਨੇ, ਬਾਰ-ਬਾਰ ਸਿੱਖ ਨੂੰ ਸਮਝਾ ਕੇ ਪ੍ਰਮਾਤਮਾ ਨਾਲ ਜੋੜ ਰਹੇ ਨੇ। ਤੋ ਸਤਿਗੁਰੂ ਜੀ ਨੇ ਇਸ ਮਨ ਨੂੰ ਉਪਦੇਸ਼ ਕੀਤੇ ਨੇ, ਮਨ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਦੇਖ ਐ ਮਨੁੱਖ, ਮੈਂ ਤੈਨੂੰ ਆਤਮਿਕ ਸੁੱਖ ਦੇਣਾ ਚਾਹੁੰਦਾ। ਆਨੰਦ ਸਾਹਿਬ ਦੀ ਬਾਣੀ ਤਕਰੀਬਨ ਅਸੀਂ ਸਾਰੇ ਹੀ ਪੜ੍ਹਦੇ ਹਾਂ। ਪਹਿਲਾ ਹੀ ਸ਼ਬਦ ਹੈ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਅਸਲੀ ਆਨੰਦ ਤੇ ਸਤਿਗੁਰੂ ਦੇ ਮਿਲਣ ਨਾਲ ਹੈ। ਅਸਲੀ ਆਨੰਦ ਤੇ ਆਤਮਿਕ ਅੰਦਰ ਦੀ ਖੋਜ ਨਾਲ ਹੈ। ਅਸਲੀ ਆਨੰਦ ਤੇ ਅੰਦਰ ਦੀ ਖੁਸ਼ੀ ਲੱਭਣ ਨਾਲ ਹੈ। ਜਿੱਦਣ ਅੰਦਰ ਦੀ ਮਨੁੱਖ ਨੂੰ ਅਹਿਸਾਸ ਹੋਣ ਲੱਗ ਪਵੇ ਨਾ ਕਿ ਮੇਰੇ ਅੰਦਰ ਕੀ ਹੈ, ਮੈਂ ਹੈ ਕੌਣ ਆ, ਮੈਂ ਜਾਣਾ ਕਿੱਥੇ ਹੈ, ਮੈਂ ਆਇਆ ਕਿੱਥੋਂ ਆ, ਤੇ ਸਮਝ ਲੈਣਾ ਇਹਦੇ ਜੀਵਨ ਦੇ ਵਿੱਚ ਤਬਦੀਲੀ ਆਉਣੀ ਸ਼ੁਰੂ ਹੋ ਜਾਵੇਗੀ। ਸਾਰੀ ਉਮਰ ਹੀ ਨਹੀਂ ਇਹ ਜਾਣ ਪਾਉਂਦਾ ਕਿ ਮੈਂ ਕੌਣ ਹਾਂ। ਸਾਰੀ ਉਮਰ ਹੀ ਇੱਕ ਵੱਖਰੀ ਆਪਣੀ ਹੋਂਦ, ਇੱਕ ਵੱਖਰਾ ਆਪਣਾ ਰੁਤਬਾ ਬਣਾਉਣ ਦੀ ਕੋਸ਼ਿਸ਼ ਵਿੱਚ ਲੱਗਾ ਰਹਿੰਦਾ ਹੈ। ਸੋਚਦਾ ਇਹ ਹੈ ਕਿ ਸ਼ਾਇਦ ਬ੍ਰਾਂਡਡ ਕੱਪੜੇ ਪਾ ਕੇ ਮੈਂ ਬੜਾ ਸੁੰਦਰ ਲੱਗ ਰਿਹਾ, ਮਹਿੰਗੀਆਂ ਗੱਡੀਆਂ ਵਿੱਚ ਘੁੰਮ ਕੇ ਮੈਂ ਬਹੁਤ ਖੂਬਸੂਰਤ ਲੱਗ ਰਿਹਾ, ਸ਼ਾਇਦ ਮੈਂ ਦੁਨੀਆ ਦੇ ਵਿੱਚ ਧਨ ਪਦਾਰਥ ਕਿਤਨਾ ਇਕੱਠਾ ਕੀਤਾ ਹੈ ਤੇ ਦੁਨੀਆ ਮੈਨੂੰ ਸਲਾਮਾਂ ਕਰ ਰਹੀ ਹੈ, ਤੇ ਸ਼ਾਇਦ ਇਹੀ ਸੁੱਖ ਹੈ। ਪਰ ਸਤਿਗੁਰੂ ਕਹਿੰਦੇ ਕਿਤੇ ਇਕੱਲਾ ਬੈਠ ਕੇ ਵੇਖ, ਆਪਣੇ ਅੰਦਰ ਝਾਤੀ ਮਾਰ ਕੇ ਵੇਖ ਕਿ ਤੂੰ ਆਤਮਿਕ ਤੌਰ ਤੇ ਸੁਖੀ ਹੈ, ਕਿ ਤੂੰ ਆਤਮਾ ਤੌਰ ਤੇ ਖੁਸ਼ ਹੈ, ਕਿ ਸੱਚਮੁੱਚ ਤੈਨੂੰ ਉਸ ਆਨੰਦ ਦੀ ਗੱਲ ਸਮਝ ਆ ਗਈ ਹੈ ਜਿਹੜੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਸਮਝਾਈ ਹੈ, ਆਨੰਦ ਸੁਣੋ ਵੱਡ ਭਾਗੀਓ ਸਗਲ ਮਨੋਰਥ ਪੂਰੇ। ਤੇ ਜਵਾਬ ਇਮਾਨਦਾਰੀ ਨਾਲ ਜੇ ਖੋਜਾਂਗੇ ਨਾ ਤੇ ਅੰਦਰ ਝਾਤੀ ਮਾਰ ਕੇ ਵੇਖਾਂਗੇ ਤੇ ਅੰਦਰ ਬੜੀ ਅੱਗ ਲੱਗੀ ਹੈ, ਅੰਦਰ ਬੜੀ ਤਕਲੀਫ ਹੈ, ਅੰਦਰ ਬਹੁਤ ਸੜਦਾ ਪਿਆ ਹੈ ਕੁਝ। ਕੌਣ ਸੜ ਰਿਹਾ ਹੈ ਅੰਦਰ? ਆਤਮਾ। ਕੌਣ ਸੜ ਰਿਹਾ ਅੰਦਰ? ਇਹ ਜਿੰਦ। ਤੇ ਸਾੜ ਕੌਣ ਰਿਹਾ ਹੈ? ਇਹ ਮਨ। ਕਿਹਦੇ ਪਿੱਛੇ ਲੱਗੇ?
ਆਸਾ, ਤ੍ਰਿਸ਼ਨਾ, ਮਨਸਾ, ਕਾਮਨਾਵਾਂ ਆਦਿਕ ਇਹ ਜਿਤਨਾ ਕੁਝ ਸਾਡੇ ਅੰਦਰ ਹੈ, ਇਹ ਇਸ ਜਿੰਦ ਨੂੰ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸ਼੍ਰੀ ਰਾਗ ਮਹੱਲਾ ਪਹਿਲਾ। ਭਰਮੇ ਭਾਹੇ ਨਾ ਵਿਜੁਵੈ, ਜੇ ਭਵੈ ਦਸੰਤਰ ਦੇਸ਼। ਅੰਤਰ ਮੈਲ ਨ ਉਤਰੈ, ਤ੍ਰਿਗ ਜੀਵਨ ਤ੍ਰਿਗ ਵੇਸ। ਹੋਰ ਕਿਤੈ ਭਗਤ ਨ ਹੋਵਈ, ਬਿਨ ਸਤ ਜਿੰਦ ਨੂੰ, ਇਸ ਆਤਮਾ ਨੂੰ ਸਾੜ ਰਿਹਾ ਹੈ। ਹੁਣ ਗੁਰਬਾਣੀ ਕੀ ਕਰ ਰਹੀ ਹੈ? ਸਤਿਗੁਰ ਦੀ ਬਾਣੀ ਦੀ ਕਿਉਂ ਲੋੜ ਹੈ? ਕਿਉਂ ਗੁਰਬਾਣੀ ਦਾ ਉਪਦੇਸ਼ ਦੀ ਸਮਝਣ ਦੀ ਲੋੜ ਹੈ? ਕਿਉਂ ਬਾਰ-ਬਾਰ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਸਿੱਖਾ ਗੁਰਬਾਣੀ ਨਾਲ ਜੁੜ, ਗੁਰਮਤਿ ਨੂੰ ਸਮਝ? ਕਿਉਂਕਿ ਗੁਰਬਾਣੀ ਅੰਦਰ ਦੇ ਅਹਿਸਾਸ ਨੂੰ ਚੇਤੇ ਕਰਾ ਰਹੀ ਹੈ। ਗੁਰਬਾਣੀ ਉਹ ਜਿਹੜੀ ਸਤਿਗੁਰ ਕੀ ਪਾਵਨ ਉਪਦੇਸ਼ ਜਿਹੜੇ ਅੰਦਰ ਮਨ ਸੜ ਰਿਹਾ ਹੈ ਨਾ, ਜੋ ਜਿੰਦ ਸੜ ਰਹੀ ਹੈ, ਆਤਮਾ ਅੰਦਰ ਸੜ ਰਹੀ ਹੈ, ਸਤਿਗੁਰ ਜੀ ਉਸ ਸਾੜ ਨੂੰ ਖਤਮ ਕਰਨਾ ਚਾਹੁੰਦੇ ਨੇ। ਉਸ ਅੱਗ ਨੂੰ ਗੁਰਬਾਣੀ ਦੇ ਰਾਹੀਂ ਬੁਝਾਉਣਾ ਚਾਹੁੰਦੇ ਨੇ, ਤਾਂ ਕਿ ਸਾਡੇ ਅੰਦਰ ਇੱਕ ਸ਼ਾਂਤੀ ਮਿਲੇ, ਇੱਕ ਸਹਿਜ ਮਿਲੇ, ਇੱਕ ਸੰਤੋਖ ਮਿਲੇ, ਇੱਕ ਚੰਗੇ ਗੁਣ ਸਾਡੇ ਅੰਦਰ ਉਜਾਗਰ ਹੋਣ। ਇਹ ਸਭ ਕੁਝ ਸੰਭਵ ਹੈ ਗੁਰਬਾਣੀ ਨਾਲ ਜੁੜ ਕੇ। ਤਾਂ ਆਪਾਂ ਨਿਰੰਤਰ ਹੀ ਸਤਿਗੁਰ ਕੇ ਪਾਵਨ ਸ਼ਬਦਾਂ ਦੀ ਵਿਚਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਰੋਜ਼ਾਨਾ ਇੱਕ ਸ਼ਬਦ ਨੂੰ ਸਮਝਦੇ ਹਾਂ। ਦਰਅਸਲ ਇੱਕ ਸਹਿਜ ਪਾਠ ਰੋਜ਼ਾਨਾ ਹੀ ਆਪਾਂ ਇੱਕ ਸ਼ਬਦ ਦਾ ਕਰਦੇ ਹਾਂ ਤੇ ਉਹਦੀ ਵਿਚਾਰ ਜਾਣਨ ਦੀ, ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਅੱਜ ਦਾ ਜਿਹੜਾ ਸ਼ਬਦ ਆਪ ਜੀ ਕੇ ਸਨਮੁਖ ਰੱਖਿਆ ਹੈ, 22ਵਾਂ ਸ਼ਬਦ ਹੈ ਸ਼੍ਰੀ ਰਾਗ ਦਾ, ਤੇ ਇਹਦੇ ਵਿੱਚ ਰਹਾਉ ਦੀਆਂ ਜਿਹੜੀਆਂ ਪੰਕਤੀਆਂ ਨੇ, ਕਿਉਂਕਿ ਸ਼ਬਦ ਦੀ ਸ਼ੁਰੂਆਤ ਰਹਾਉ ਦੀਆਂ ਪੰਕਤੀਆਂ ਤੋਂ ਕਰਦੇ ਹਾਂ। ਰਹਾਉ ਦੇ ਵਿੱਚ ਸੈਂਟਰਲ ਆਈਡੀਆ ਹੈ। ਸਤਿਗੁਰੂ ਜੀ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਸੰਬੋਧਨ ਕਰ ਰਹੇ ਨੇ, ਮਨ ਰੇ ਗੁਰਮੁਖ ਅਗਨ ਨਿਵਾਰ। ਕਹਿੰਦੇ ਹੇ ਮੇਰੇ ਮਨ, ਸਤਿਗੁਰੂ ਜੀ ਦੇ ਸਨਮੁਖ ਹੋ, ਗੁਰੂ ਦੇ ਸਨਮੁਖ ਹੋ। ਗੁਰਮੁਖ ਕੀ ਹੈ? ਮੁਖ ਹੋ ਗਿਆ ਮੂੰਹ, ਗੁਰੂ ਹੋ ਗਿਆ ਸਤਿਗੁਰੂ, ਸਾਡਾ ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ। ਸਤਿਗੁਰੂ ਕਹਿੰਦੇ ਹੇ ਮਨ, ਗੁਰੂ ਦੇ ਸਨਮੁਖ ਹੋ। ਗੁਰੂ ਰੂਪੀ ਸ਼ੀਸ਼ੇ ਵਿੱਚ ਆਪਣਾ ਚਿਹਰਾ ਵੇਖ, ਤੂੰ ਹੈ ਕੌਣ? ਮੈਂ ਹੈਰਾਨ ਹੋਣਾ, ਸੱਜਣ ਨੂੰ ਅਸੀਂ ਅੱਜ ਤੱਕ ਠੱਗ ਕਹਿੰਦੇ ਆ, ਪਰ ਸੱਜਣ ਨੇ ਜਦੋਂ ਆਪਣਾ ਚਿਹਰਾ ਗੁਰੂ ਨਾਨਕ ਸਾਹਿਬ ਜੀ ਦੇ ਉਸ ਸ਼ਬਦ ਵਿੱਚ ਵੇਖਿਆ ਨਾ, ਉਜਲ ਕੇਹਾਂ ਚ ਲੱਕਣਾ ਘੋਟਮ ਕਲੜੀ ਮਸ। ਮੈਂ ਕਹਿੰਦਾ ਐਸਾ ਸੂਰਮਾ ਸੀ ਨਾ ਉਹ ਗੁਰੂ ਕਾ ਸਿੱਖ ਬਣਿਆ। ਜਦੋਂ ਉਹਨੇ ਉਹ ਸ਼ੀਸ਼ੇ ਦੇ ਸਾਹਮਣੇ ਖਲੋ ਕੇ ਜਦੋਂ ਆਪਣਾ ਚਿਹਰਾ ਵੇਖਿਆ, ਉਹਨੂੰ ਇੰਜ ਲੱਗਾ ਕਿ ਇਹ ਸ਼ਬਦ ਰੂਪੀ ਸ਼ੀਸ਼ੇ ਦੇ ਵਿੱਚ ਮੇਰੇ ਅੰਦਰ ਦੇ ਬੈਠੇ ਅਵਗੁਣ ਸਾਹਮਣੇ ਲਿਆ ਦਿੱਤੇ ਨੇ ਗੁਰੂ ਨੇ। ਤੇ ਬੜੀ ਇਮਾਨਦਾਰੀ ਦੇ ਨਾਲ, ਬੜੀ ਬਹਾਦਰੀ ਦੇ ਨਾਲ ਉਹਨੇ ਪੂਰੀ ਸੰਗਤ ਵਿੱਚ ਇਹ ਗੱਲ ਕਬੂਲ ਕੀਤੀ, ਪਾਤਸ਼ਾਹ ਜੀ ਮੈਂ ਠੱਗਿਆ, ਸੱਜਣ ਨਹੀਂ, ਕਿਰਪਾ ਕਰੋ, ਰਹਿਮਤ ਕਰੋ, ਮੈਨੂੰ ਸੱਜਣ ਬਣਾ ਦਿਓ। ਕਿਤੇ ਗੱਲ ਸਾਨੂੰ ਸਮਝ ਆ ਜਾਂਦੀ ਨਾ, ਤੇ ਅਸੀਂ ਸੱਜਣ ਬਣ ਜਾਂਦੇ। ਸੱਜਣ ਤੋਂ ਅਗਲਾ ਸਫ਼ਰ ਸਾਜਨ ਦਾ ਹੈ। ਜਿੱਦਣ ਸੱਜਣ ਬਣ ਗਏ ਨਾ, ਉਦਣ ਸਾਜਨ ਤੱਕ ਵੀ ਪਹੁੰਚ ਹੋ ਜਾਵੇਗੀ, ਪਰ ਸੱਜਣ ਹੀ ਨਹੀਂ ਬਣੇ। ਕਿਉਂਕਿ ਅੰਦਰ ਕੀ ਹੈ? ਅੱਗ ਲੱਗੀ ਪਈ ਹੈ। ਸਤਿਗੁਰੂ ਕਹਿੰਦੇ ਇਸ ਅੱਗ ਨੂੰ ਨਿਵਾਰ। ਕਿਵੇਂ? ਮਨ ਰੇ ਹੇ ਮੇਰੇ ਮਨ, ਸਤਿਗੁਰ ਦੇ ਸਨਮੁਖ ਹੋ। ਮਨ ਰੇ ਗੁਰਮੁਖ ਅਗਨ ਨਿਵਾਰ। ਗੁਰੂ ਜੀ ਦੀ ਸ਼ਰਨ ਵਿੱਚ ਪੈ, ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰ ਕਰ, ਸ਼ਬਦ ਦੇ ਨਾਲ ਆਪਣੀ ਸਾਂਝ ਪਾ, ਫਿਰ ਕੀ ਹੋਵੇਗਾ? ਅਗਨ ਨਿਵਾਰ। ਤ੍ਰਿਸ਼ਨਾ ਦੀ ਅੱਗ ਤੇਰੇ ਜੀਵਨ ਵਿੱਚੋਂ ਦੂਰ ਹੋ ਸਕਦੀ ਹੈ। ਜਿਹੜੀ ਅੰਦਰ ਭਾਂਬੜ ਮੱਚ ਰਹੇ ਆ ਨਾ ਈਰਖਾ ਦੇ, ਕਿਤੇ ਜੀਵਨ 'ਚ ਝਾਤੀ ਮਾਰ ਕੇ ਵੇਖੋ, ਕੋਈ ਮੇਰੇ ਤੋਂ ਤਰੱਕੀ ਕਰਦਾ ਹੋਵੇ, ਮੈਂ ਕਬੂਲ ਹੀ ਨਹੀਂ ਕਰ ਪਾਉਂਦਾ ਕਿ ਕੋਈ ਮੇਰੇ ਤੋਂ ਅੱਗੇ ਲੰਘ ਜਾਵੇ। ਮੈਂ ਐਪਰੀਸ਼ੀਏਟ ਹੀ ਨਹੀਂ ਕਰ ਪਾਉਂਦਾ, ਮੈਂ ਕਦੀ ਮੁਬਾਰਕਬਾਦ ਵੀ ਨਹੀਂ ਦੇ ਪਾਉਂਦਾ, ਕਿਉਂਕਿ ਮੇਰੀ ਮੁਬਾਰਕ ਵਿੱਚ ਵੀ ਕਿਤੇ ਨਾ ਕਿਤੇ ਸੜਿਆਨ ਤੇ ਈਰਖਾ ਦੀ ਬਦਬੂ ਆਉਂਦੀ ਹੈ। ਕਿਉਂਕਿ ਮੈਂ ਇਹ ਸੋਚਦਾ ਵੀ ਮੈਂ ਹੀ ਅੱਗੇ ਲੰਘਣਾ ਚਾਹੁੰਦਾ, ਦੂਜਾ ਨਹੀਂ ਕੋਈ ਹੋਣਾ ਚਾਹੀਦਾ। ਪਰ ਜਿੱਦਣ ਇਹ ਖਿਆਲ ਜੀਵਨ 'ਚੋਂ ਮਿਟ ਗਿਆ ਨਾ, ਦੂਜੇ ਦੀ ਤਰੱਕੀ ਦੇ ਉੱਤੇ ਹਿਰਦੇ ਵਿੱਚੋਂ ਪਿਆਰ ਉਮੜਿਆ,
ਦੂਜੇ ਦੀ ਤਰੱਕੀ ਵੇਖ ਕੇ ਚਿੱਤ ਕੀਤਾ ਕਿ ਮੈਂ ਉਹਨੂੰ ਮੁਬਾਰਕ ਦੇਵਾਂ, ਦਿਲੋਂ ਦੇਵਾਂ, ਸਮਝ ਲੈਣਾ ਮੈਲ ਉਤਰਨ ਲੱਗ ਪਈ ਹੈ ਤੇ ਤ੍ਰਿਸ਼ਨਾ ਦੀ ਅੱਗ ਦੂਰ ਹੋਣ ਲੱਗ ਪਈ ਹੈ। ਹੁਣ ਇਹ ਦੂਰ ਕਿਵੇਂ ਹੋਵੇਗੀ? ਗੁਰ ਕਾ ਕਹਿਆ ਮਨ ਵਸੈ। ਜਦੋਂ ਗੁਰੂ ਜੀ ਜੋ ਸ਼ਬਦ ਵਿੱਚ ਕਹਿ ਰਹੇ ਨੇ, ਜੋ ਗੁਰਬਾਣੀ ਦੇ ਵਿੱਚ ਸਤਿਗੁਰੂ ਜੀ ਨੇ ਉਪਦੇਸ਼ ਕੀਤੇ ਨੇ, ਪੜ੍ਹਦੇ ਅਸੀਂ ਸਾਰੇ ਹੀ ਰਹੇ ਹਾਂ ਨਾ, ਪੜ੍ਹਦੇ ਰਹੇ ਹੀ ਹਾਂ ਸਾਰੇ, ਪਰ ਉਹ ਜੀਵਨ 'ਚ ਨਹੀਂ ਵਸਾ ਰਹੇ। ਇੱਧਰੋਂ ਪੜ੍ਹਿਆ, ਉੱਧਰੋਂ ਸੁਣਿਆ, ਉੱਧਰੋਂ ਕੱਢ ਦਿੱਤਾ, ਬਸ ਇੱਥੇ ਹੀ ਖਲੋਤੇ ਹਾਂ। ਪਰ ਸਾਹਿਬ ਕਹਿੰਦੇ ਇੰਜ ਨਹੀਂ, ਗੁਰੂ ਕਾ ਕਹਿਆ ਮਨ ਵਸੈ। ਜਦੋਂ ਗੁਰੂ ਜੀ ਦਾ ਮਿਲਿਆ ਹੋਇਆ ਗਿਆਨ, ਗੁਰੂ ਜੀ ਤੋਂ ਲਏ ਹੋਏ ਉਪਦੇਸ਼ ਕਿੱਥੇ ਵਸਣ? ਮਨ ਵਸੈ। ਮਨ ਵਿੱਚ ਜਦੋਂ ਵਸ ਜਾਣਗੇ, ਹਉਮੈ ਤ੍ਰਿਸ਼ਨਾ ਮਾਰ, ਕੀ ਹੋਵੇਗਾ? ਸਭ ਤੋਂ ਪਹਿਲੀ ਗੱਲ ਮੈਂ ਖਤਮ ਹੋ ਜਾਵੇਗੀ। ਜਿਹੜੀ ਹਰ ਜਗ੍ਹਾ ਮੈਂ ਲਾਉਣ ਦੀ ਆਦਤ ਹੈ ਨਾ, ਇਹ ਖਤਮ ਹੋ ਜਾਵੇਗੀ। ਤੇ ਜਿੱਦਣ ਮੈਂ ਮੁੱਕੇਗੀ ਨਾ, ਤ੍ਰਿਸ਼ਨਾ ਮਾਰ, ਉਦਣ ਆ ਤ੍ਰਿਸ਼ਨਾ ਦੀ ਅੱਗ ਵੀ ਮਿਟ ਜਾਵੇਗੀ। ਰਹਾਓ, ਇਹ ਰਹਾਓ ਦੀਆਂ ਪੰਕਤੀਆਂ ਨੇ। ਹੁਣ ਪਹਿਲਾ ਬੰਦ ਇਸ ਪਾਵਨ ਸ਼ਬਦ ਹੈ। ਕੀ ਕਾਰਨ ਹੈ ਕਿ ਇਹ ਹਉਮੈ ਤੇ ਤ੍ਰਿਸ਼ਨਾ ਮਿਟਦੀ ਨਹੀਂ ਪਈ? ਸਤਿਗੁਰੂ ਕਹਿੰਦੇ ਨੇ ਇਹਦੇ ਵਾਸਤੇ ਭਾਵੇਂ ਜਿਤਨਾ ਮਰਜ਼ੀ ਯਤਨ ਕਰ ਲਾ, ਜੇ ਜਦ ਤੱਕ ਗੁਰੂ ਦੇ ਚਰਨੀ ਨਹੀਂ ਆਉਂਦਾ, ਜਦ ਤੱਕ ਸਤਿਗੁਰੂ ਜੀ ਦੇ ਨਾਲ ਆਪਣੀ ਸਾਂਝ ਨਹੀਂ ਪਾਉਂਦਾ, ਜਦ ਤੱਕ ਗੁਰੂ ਦੇ ਨਾਲ ਆਪਣੀ ਸਿੱਖਿਆ ਨਹੀਂ ਜੋੜਦਾ, ਗੁਰੂ ਦੀ ਸਿੱਖਿਆ ਨੂੰ ਜੀਵਨ 'ਚ ਨਹੀਂ ਵਸਾਉਂਦਾ, ਜਦ ਤੱਕ ਗੁਰੂ ਦਾ ਸਟੂਡੈਂਟ ਨਹੀਂ ਬਣਦਾ, ਸਿੱਖ ਨਹੀਂ ਬਣਦਾ, ਤਦ ਤੱਕ ਚੇਤਾ ਰੱਖੀ ਜ਼ਿੰਦਗੀ ਭਰਮ ਦੀ ਰਹੇਗੀ। ਹੁਣ ਪਹਿਲਾ ਬੰਦ ਹੈ, ਪਰ ਮੈਂ ਪਾਹੇ ਨਾ ਵਿਜਵੈ ਜੇ ਭਵੈ ਦਸੰਤਰ ਦੇਸ਼। ਮਨੁੱਖ ਦੇਸ਼ ਵਿੱਚ ਰਹਿ ਰਿਹਾ ਸੀ, ਬੇਰੁਜ਼ਗਾਰੀ ਦੀ ਮਾਰ ਨਾਲ ਲੜ ਰਿਹਾ ਸੀ, ਨਿਤ ਭੁੱਖ ਸੀ ਜੀਵਨ 'ਚ, ਤ੍ਰਿਪਤੀ ਹੋ ਜਾਵੇ ਕਿਤੇ। ਸੋਚਿਆ ਆਪਣਾ ਦੇਸ਼ ਛੱਡ ਕੇ ਦੂਸਰੇ ਦੇਸ਼ ਵਿੱਚ ਚਲੇ ਜਾਈਏ, ਸ਼ਾਇਦ ਉੱਥੇ ਜਾ ਕੇ ਬਹੁਤ ਸੁੱਖ ਮਿਲ ਜਾਵੇਗਾ। ਮਨੁੱਖ ਪ੍ਰਦੇਸ਼ ਆਇਆ, ਕਿਰਤਕਾਰ ਕੀਤੀ, ਕਾਰੋਬਾਰ ਵਧਾਇਆ, ਕੰਮਕਾਰ ਵਧਾਇਆ, ਹੋਰ ਦੀ ਤੜਫ ਵਧਾਈ। ਪਰ ਸਤਿਗੁਰੂ ਕਹਿੰਦੇ ਮੈਂ ਜਿਹੜਾ ਨਿਚੋੜ ਦੇਖਿਆ ਨਾ, ਪਰ ਮੈਂ ਪਾਹੇ ਨਾ ਵਿਜਵੈ। ਭਾਵੇਂ ਉਹ ਭਰਮਦਾ ਹੋਇਆ, ਭਟਕਦਾ ਹੋਇਆ, ਦੇਸ਼ਾਂ ਨੂੰ ਛੱਡ ਕੇ ਪ੍ਰਦੇਸ਼ਾਂ ਨੂੰ ਆ ਗਿਆ, ਜੇ ਭਵੈ ਦੇ ਸੰਤਰ ਦੇਸ਼, ਭਾਵੇਂ ਦੂਸਰੇ ਦੇਸ਼ਾਂ ਤੱਕ ਪਹੁੰਚ ਗਿਆ, ਪਰ ਕੀ ਹੋਇਆ? ਪਰ ਮੈਂ ਪਾਏ ਨਾ ਵਿਜਵੈ। ਅੰਦਰੋਂ ਅੱਗ ਨਹੀਂ ਮੁੱਕੀ ਤ੍ਰਿਸ਼ਨਾ ਦੀ। ਇਹ ਹੋਰ ਵੱਧਦੀ ਗਈ, ਹੋਰ ਵੱਧਦੀ ਗਈ। ਇੱਕ ਘਰ ਆ, ਦੋ ਲੈਣੇ ਨੇ, ਦੋ ਘਰ ਹੋ ਗਏ ਨੇ, ਚਾਰ ਲੈਣੇ ਨੇ, ਇੱਕ ਗੱਡੀ ਹੈ, ਪੰਜ ਦੂਜੀ ਚਾਹੀਦੀ ਹੈ। ਹੋਰ ਦੀ ਤੜਫ ਵੱਧਦੀ ਗਈ। ਇਹ ਐਸੀ ਭੁੱਖ ਜਿਹੜੀ ਬੁਝਣ ਦਾ ਨਾਂ ਹੀ ਨਹੀਂ ਲੈਂਦੀ। ਹੋਰ ਮਾਇਆ ਦਾ ਜਾਲ, ਮਾਇਆ ਦਾ ਬੰਧਨ ਵੱਜਦਾ ਰਿਹਾ। ਸੋਚਿਆ ਦੂਸਰਾ ਦੇਸ਼ ਸੁਖੀ ਕਰੇਗਾ, ਪਰ ਉਹ ਦੂਸਰੇ ਦੇਸ਼ ਨੇ ਵੀ ਹੋਰ ਅੱਗ ਲਾ ਦਿੱਤੀ। ਥਾਂ ਜੀਵਨ ਦੇ ਵਿੱਚ ਭਟਕਣਾ ਜਿਹੜੀ ਹੈ ਉਹ ਬਣ ਗਈ, ਤੇ ਮਨ ਭਰਮ ਤੇ ਭੁਲੇਖਿਆਂ ਦੇ ਵਿੱਚ ਜਿਉਣ ਲੱਗਾ, ਤੇ ਸਦਾ ਤ੍ਰਿਸ਼ਨਾ ਦੀ ਅੱਗ ਹਿਰਦੇ ਵਿੱਚ ਹੋਰ ਜ਼ਿਆਦੀ ਮਗਨ ਹੋਣ ਲੱਗੀ, ਜਿਹੜੀ ਕਦੀ ਵੀ ਨਹੀਂ ਬੁੱਝੀ। ਅੰਤਰ ਮੈਲ ਨਾ ਉਤਰੈ। ਕਹਿੰਦੇ ਹੋਇਆ ਕਿ ਜਿਹੜੀ ਅੰਦਰ ਮੈਲ ਲੱਗੀ ਸੀ ਨਾ, ਉਹ ਉੱਥੇ ਵੀ ਉਨੀ ਮੈਲ ਸੀ। ਦੇਸ਼ ਛੱਡ ਕੇ ਪ੍ਰਦੇਸ਼ ਆਇਆ, ਉਨੀ ਮੈਲ ਫਿਰ ਚੜ ਗਈ। ਅੰਤਰ ਮੈਲ ਨਾ ਉਤਰੈ, ਤ੍ਰਿਗ ਜੀਵਨ ਤ੍ਰਿਗ ਵੇਸ। ਸਤਿਗੁਰੂ ਕਹਿੰਦੇ ਕੀ ਤੇਰੇ ਇਸ ਸੋਹਣੇ ਕੱਪੜੇ ਪਾਉਣ ਦਾ ਫਿਰ ਫਾਇਦਾ? ਤੂੰ ਬਾਹਰੋਂ ਬੜਾ ਸੂਟ ਬੂਟ ਪਾ ਕੇ, ਪਰਫਿਊਮ ਲਾ ਕੇ, ਸੈਂਟ ਲਾ ਕੇ, ਮਹਿੰਗੀ ਤੋਂ ਮਹਿੰਗੀਆਂ ਜੁੱਤੀਆਂ ਪਾ ਕੇ, ਗੱਡੀਆਂ ਦੇ ਵਿੱਚ ਸਵਾਰ ਹੋ ਕੇ, ਬੜੇ ਧਾਰਮਿਕ ਲਿਬਾਸ ਵੀ ਤੂੰ ਪਾਉਣਾ ਹੈ, ਬਾਹਰੋਂ ਬੜਾ ਖੂਬਸੂਰਤ ਹੈ, ਪਰ ਕੀ ਅੰਦਰੋਂ ਮੈਲ ਉਤਰ ਗਈ? ਅੰਦਰੋਂ ਮਨ ਨਿਰਮਲ ਹੋਇਆ? ਸਤਿਗੁਰੂ ਕਹਿੰਦੇ ਅੰਤਰ ਮੈਲ ਨਾ ਉਤਰੈ। ਅੰਦਰੋਂ ਵਿਕਾਰਾਂ ਦੀ ਮੈਲ ਨਹੀਂ ਲੱਥੀ। ਬਾਹਰੋਂ ਬੜੇ ਵੇਸ਼ ਬਣਾਏ। ਸਤਿਗੁਰੂ ਕਹਿੰਦੇ ਫਿਟਕਾਰਿਆ ਫਿਰ ਐਸਾ ਜੀਵਨ, ਤ੍ਰਿਗ ਜੀਵਨ ਤ੍ਰਿਗ ਵੇਸ਼। ਤ੍ਰਿਗਿਆ ਐਸਾ ਜੀਵਨ ਤੇ ਤ੍ਰਿਗਿਆ ਐਸਾ ਭੇਖ, ਜਿਹੜਾ ਮਨ ਦੀ ਮੈਲ ਨਹੀਂ ਲਾ ਸਕਿਆ। ਅੰਦਰੋਂ ਮਨ ਮੈਲਾ ਹੀ ਰਿਹਾ। ਸਤਿਗੁਰੂ ਕਹਿੰਦੇ ਫਿਰ ਕੀ ਫਾਇਦਾ ਬਾਹਰੋਂ ਭਗਤ ਦਿਸਣ ਦਾ? ਕੀ ਫਾਇਦਾ ਫਿਰ ਬਾਹਰੋਂ ਭੇਖ ਬਣਾਉਣ ਦਾ, ਜੇ ਅੰਦਰ ਮਨ ਓਨੇ ਦਾ ਓਨਾ ਹੀ ਮੈਲਾ ਹੀ ਰਿਹਾ। ਹੋਰ ਕਿਤੈ ਭਗਤ ਨਾ ਹੋਵਈ ਬਿਨ ਸਤਿਗੁਰੂ ਕੇ ਉਪਦੇਸ਼। ਸਤਿਗੁਰੂ ਕਹਿੰਦੇ ਇੱਕ ਗੱਲ, ਜਿੰਨੀਆਂ ਮਰਜ਼ੀ ਮਾਲਾਵਾਂ ਫੇਰ ਲਾ, ਜਿੰਨੇ ਮਰਜ਼ੀ ਤੀਰਥਾਂ ਤੇ ਭ੍ਰਮਣ ਕਰ ਲਾ, ਜਿੰਨੇ ਮਰਜ਼ੀ ਕਰਮ ਕਾਂਡ ਕਰ ਲਾ, ਵਰਤ ਰੱਖ ਲਾ, ਪਖੰਡ ਕਰ ਲਾ, ਜਿੰਨੇ ਮਰਜ਼ੀ ਜਪ ਪਾਠ ਖੰਡ ਪਾਠ ਜਿੰਨੇ ਮਰਜ਼ੀ ਕਰਾ ਲਾ, ਪਰ ਸਤਿਗੁਰੂ ਕਹਿੰਦੇ ਹੋਰ ਕਿਤੇ ਭਗਤ ਨਾ ਹੋਵਈ ਬਿਨ ਸਤਿਗੁਰੂ ਕੇ ਉਪਦੇਸ਼। ਜਦ ਤੱਕ ਗੁਰੂ ਦੇ ਉਪਦੇਸ਼ ਨਹੀਂ ਮੰਨਦਾ, ਜਦ ਤੱਕ ਗੁਰੂ ਕੇ ਉਪਦੇਸ਼ਾਂ ਨੂੰ ਜੀਵਨ 'ਚ ਨਹੀਂ ਵਸਾਉਂਦਾ,
जब तक गुरु के उपदेशों के नाल अपनी साझ नहीं पाउंदा तद तक तेरे विचों तृष्णा मिट नहीं सकती ते तेरी भगती प्रवान हो नहीं सकती। मन रे गुरमुख अगन निवार। फिर हे मेरे मन, गुरु दे सन्मुख हो तां ही किते जाके गुरु के उपदेशों की कमाई कीतियां ही ये तृष्णा की अग बुझ सकती है। गुरु का कहया मन वसै। जो सतगुरु जी कह रहे ने गुरु ग्रंथ साहिब विच बाणी दे विच उन्होंने अपने मन विच वसा। हौमे तृष्णा मार। निशानी की होवेगी? फिर अंदरों मैं मेरी मिट जाएगी, तृष्णा मिट जाएगी ते जिंदगी बड़ी निर्मल ते पवित्र हो जाएगी। रहाओ, ये रहाओ दीयां पंक्तियां ने। फिर जीवन कैसा बनेगा? फिर जीवन कैसा बनेगा जो जीवन विचों मैं खत्म हो गई, अहंकार मिट गया, तृष्णा मिट गई। कैसा जीवन बन गया? मन मानक निर्मोल है, राम नाम पत पाए। फिर जिहड़ा मन आ ना, एक कीमती गहना निर्मोलक बन जाएगा। किवें? क्योंकि इस मन विच फिर परमात्मा दा नाम वस जाएगा। ये मन फिर यतीम नहीं होवेगा, फिर ये मन रब वाला बन जाएगा, ये मन गुरु वाला बन जाएगा। ते जिदण ये मन गुरु वाला रब वाला बन गया, जिदण इस मन दे नाल नाम परमात्मा दा जुड़ गया, उदण ये मन इज्जत वाला बन जाएगा, अमोलक मोती बन जाएगा। ते उदण इस मन की इज्जत, जिहड़ा पहला मन फिटकारा दवाउंदा सी, हुण ये मन इज्जत करा रहा है, क्योंकि गुणा दा वासा प्रकाशमान परमात्मा के रूप दे विच हो गया है। मिल सत संगत हर पाई है, गुरमुख हर लिव लाए। सत संगत विच गुरु दी बैठ के, गुरु ग्रंथ साहिब जी की सत संगत करके, गुरु ग्रंथ साहिब जी का उपदेश जीवन विच वसाउण करके की होया? मिल सत संगत हर पाई है। परमात्मा जी मिल गए, गुरमुख हर लिव लाए। ते हुण ये मन हमेशा गुरु दे सन्मुख रहन लगा ते सदा परमात्मा दे नाल एक लिवतार हुण प्यार जुड़ गया। आप गया। हुण जिहड़ी पहलां मैं मेरी जीवन विच रहिंदी सी, हुण जीवन विचों अपना आपा भाव मुका लिया, मैं मेरी खत्म कर दित्ती, अपने आप नूं मार लिया। सब तो औखा है अपना आपा मारना। दूजे नूं मारना बड़ा सौखा है, किसी का कतल कर दिओ बड़ा सौखा है, पर सब तो औखा है अपने आप नूं मारना, अपनी आहंग नूं मारना, अपनी हौमे नूं मारना, अपने अंदरों अपनी मैं मेरी खत्म करनी। आप गया। जदों अपने विचों आप गई, मैं मेरी मुक गई, की होया? सुख पाया, आत्मिक सुख जीवन दे विच मिल गया। मिल सलले सलल समाए। ते परमात्मा दे नाल इवें जीवन की सांझ बन गई जिवें पानी पानी दे विच रल के पानी का रूप पछाणिया नहीं जाता, इवें आत्मा जदों परमात्मा विच लीन हो गई, आत्मा परमात्मा एक हो गए। हुण इक्को पहचान कोई इन्हां दी कोई जुदा नहीं, हुण एक ही रूप है, रब वर्गा है। हर जन ऐसा चाहिए जैसा हर ही होए। जिन हर हर नाम न चेत्यो। पर जिन्हां ने परमात्मा दे नाम नूं कदी चेते ही नहीं कीता, जिन्हां ने कदी परमात्मा नूं याद ही नहीं कीता, उहदे हुक्म नूं जीवन दे विच वसाया ही नहीं, सदा अपनियां मन आईयां मन मर्जियां ही कीतियां ने, सो अवगुण आवै जाए। कहंदे उन्हां दा जीवन कैसा है? वो बार बार जमदे ने, बार बार मरदे ने। किवें? नित वो विकारां दे विच ही जन्म लैंदे ने, विकारां 'च ही मरदे ने। कदी आशावां दे विच जन्म लैंदे ने, आस ने जन्म लिया ते आस वो मिट गई ते मौत हो गई, ते नित अपने आप दी आत्मिक मौत सहेड़ लैंदे ने ते अपने जमीर नूं मार लैंदे ने। ते जिन्हां दा जमीर मर जांदा है ना, वो धरती दे उपर मुर्दे दी नहीं आई है। जिवें मुर्दे नूं कोई फर्क नहीं पैंदा, ऐसे फिर इन्हां मनुखां नूं कोई फर्क नहीं पैंदा, क्योंकि जिउंदियां लाशां धरती ते घुमदियां ने। जिस सतगुर पुरख न भेटियो से भौजल पचे पचाए। कहंदे जिस मनुख नूं सच्चे सतगुरु दे नाल जिहदा मिलाप नहीं होया, जिसने अपने जीवन नूं सतगुरु दे नाल नहीं जोड़िया, जिसने अपना जीवन सदा अटल रहन वाले गुरु के उपदेशों नाल नहीं जोड़िया, वो मनुख की है?
ਪੌਜਲ ਪਚੇ ਪਚਾਏ। ਉਹ ਸੰਸਾਰ ਰੂਪੀ ਸਮੁੰਦਰ ਦੇ ਵਿਕਾਰਾਂ ਦੇ ਵਿੱਚ ਹੀ ਖੁਆਰ ਰਹਿੰਦਾ ਹੈ। ਉਹਦੇ ਅੰਦਰ ਵਿਕਾਰਾਂ ਦਾ ਤਾਂਤਾ ਲੱਗਾ ਰਹਿੰਦਾ ਹੈ। ਨਿਤ ਕਦੀ ਕ੍ਰੋਧ ਦੀ ਬੋਲੀ ਬੋਲਦਾ ਹੈ, ਕਦੀ ਲਾਲਚ ਦੀ ਬੋਲੀ ਬੋਲਦਾ ਹੈ। ਉਹਦੇ ਅੰਦਰ ਬਸ ਅੱਗ ਲੱਗੀ ਪਈ ਰਹਿੰਦੀ ਹੈ। ਹੀਰੇ ਵਰਗਾ ਜੀਵਨ ਮਨੁੱਖਤਾ ਦਾ ਬਰਬਾਦ ਹੋਇਆ ਰਹਿੰਦਾ ਹੈ। ਇਹ ਮਾਣਕ ਜੀਓ ਨਿਰਮੋਲ ਹੈ, ਕੌਡੀ ਬਦਲੇ ਜਾਏ। ਸਤਿਗੁਰੂ ਕਹਿੰਦੇ ਦੇਖੋ ਕਿੰਨੀ ਜ਼ਿੰਦ ਇਹਨੂੰ ਕੀਮਤੀ ਪ੍ਰਮਾਤਮਾ ਨੇ ਦੇ ਕੇ ਇਹਨੂੰ ਧਰਤੀ ਤੇ ਭੇਜਿਆ ਹੈ। ਕਿੰਨੇ ਅਮੁੱਲ ਕੀਮਤੀ ਸਵਾਸ ਨੇ ਜਿਹੜੇ ਅਮੀਰ ਲੱਖਾਂ ਅਰਬਾਂ ਡਾਲਰਾਂ ਦੇ ਬਰਾਬਰ ਵੀ ਨਹੀਂ ਖਰੀਦੇ ਜਾ ਸਕਦੇ। ਜਦੋਂ ਸਵਾਸ ਜੀਵਨ ਚੋਂ ਨਿਕਲ ਜਾਣ ਨਾ, ਫਿਰ ਸੋਨੇ ਦੀ ਭਾਵੇਂ ਲੰਕਾ ਹੋਵੇ ਕਿਸੇ ਕੰਮ ਦੀ ਨਹੀਂ। ਜਦ ਤੱਕ ਸਵਾਸ ਨੇ ਉਦੋਂ ਤੱਕ ਹੀ ਲੰਕਾ ਦਾ ਵੀ ਰਾਜ ਹੈ। ਸਤਿਗੁਰੂ ਕਹਿੰਦੇ ਐਸੇ ਕੀਮਤੀ ਸਵਾਸਾਂ ਨੂੰ ਕੀ ਕਰ ਰਿਹਾ ਹੈ? ਕੌਡੀਆਂ ਦੇ ਭਾਅ ਰੋਲ ਰਿਹਾ ਹੈ, ਕੌਡੀਆਂ ਦੇ ਭਾਅ ਬਰਬਾਦ ਕਰ ਰਿਹਾ ਹੈ। ਜਿੰਨਾ ਸਤਿਗੁਰੂ ਰਸ ਮਿਲੈ ਸੇ ਪੂਰੇ ਪੁਰਖ ਸੁਜਾਨ। ਰਸ ਪ੍ਰੇਮ ਨਾਲ ਸੁਜਾਨ ਸਿਆਣੇ। ਸਤਿਗੁਰੂ ਕਹਿੰਦੇ ਨੇ ਜਿਨ੍ਹਾਂ ਮਨੁੱਖਾਂ ਨੂੰ ਪ੍ਰੇਮ ਦੇ ਕਾਰਨ ਸੱਚਾ ਗੁਰੂ ਮਿਲ ਪਿਆ, ਉਹਨਾਂ ਨੂੰ ਸਤਿਗੁਰੂ ਦੀ ਸਮਝ ਆਉਣ ਲੱਗ ਪਈ। ਜਿਨ੍ਹਾਂ ਨੇ ਆਪਣੀ ਬਾਂਹ ਗੁਰੂ ਸ਼ਬਦ ਨੂੰ ਫੜਾ ਦਿੱਤੀ। ਆ ਜਿਹੜੀਆਂ ਆਪਾਂ ਲਾਵਾਂ ਪੜ੍ਹਦੇ ਆ ਨਾ ਗੁਰੂ ਗ੍ਰੰਥ ਸਾਹਿਬ 'ਚ, ਸਾਡੇ ਤਕਰੀਬਨ ਸਾਰਿਆਂ ਦੇ ਆਨੰਦ ਕਾਰਜ ਹੋਏ ਨੇ, ਸਾਰਿਆਂ ਦੇ ਆਨੰਦ ਕਾਰਜਾਂ ਤੇ ਲਾਵਾਂ ਪੜ੍ਹੀਆਂ ਗਈਆਂ, ਪਰ ਇਹ ਲਾਵਾਂ ਦਾ ਉਪਦੇਸ਼ ਬੜਾ ਡੂੰਘਾ ਹੈ। ਪਹਿਲੜੀ ਲਾਮ ਤੋਂ ਲੈ ਕੇ ਚੌਥੀ ਲਾਮ ਤੱਕ ਗੁਰੂ ਅਤੇ ਸਿੱਖ ਦਾ ਪਿਆਰ ਇਤਨਾ ਗੂੜਾ ਹੋ ਜਾਂਦਾ ਹੈ ਆਤਮਾ ਤੇ ਪ੍ਰਮਾਤਮਾ ਦਾ, ਕਿ ਜਿਸ ਆਤਮਾ ਤੇ ਪ੍ਰਮਾਤਮਾ ਦੇ ਵਿੱਚ ਫਿਰ ਕੋਈ ਫਰਕ ਨਹੀਂ ਰਹਿੰਦਾ। ਫਿਰ ਧਨ ਪਿਰ ਜਿਹੜੇ ਨੇ ਇਕੱਠੇ ਹੋ ਜਾਂਦੇ ਨੇ। ਫਿਰ ਧਨ ਪਿਰ ਇਹ ਨਾ ਆਖੀਆਂ ਬਹਿਨ ਇਕੱਠੇ ਹੋਏ, ਧਨ ਪਿਰ ਸੋਈ ਨਾਨਕਾ। ਸਤਿਗੁਰੂ ਕਹਿੰਦੇ ਧਨ ਪਿਰ ਕੌਣ ਨੇ? ਜਿਹੜੇ ਇੱਕ ਸੂਤਰ ਵਿੱਚ ਬੱਝ ਗਏ, ਆਤਮਾ ਤੇ ਪ੍ਰਮਾਤਮਾ ਇੱਕ ਹੋ ਗਏ, ਜਿਹੜੇ ਇੱਕ ਅਕਾਲ ਪੁਰਖ ਵਰਗੇ ਰੂਪ ਦੇ ਵਿੱਚ ਲੀਨ ਹੋ ਗਏ। ਫਿਰ ਕਹਿੰਦੇ ਇਹ ਆਤਮਾ ਤੇ ਪ੍ਰਮਾਤਮਾ ਇੱਕ ਹੋ ਗਈ। ਪੁਰਖ ਸੁਜਾਨ ਕਹਿੰਦੇ ਸਮਝੋ ਐਸੇ ਪੂਰੇ ਮਨੁੱਖ ਜਿਹੜੇ ਸੱਚੇ ਪ੍ਰਮਾਤਮਾ ਦੇ ਪ੍ਰੇਮ ਦੇ ਵਿੱਚ, ਸੱਚੇ ਗੁਰੂ ਸ਼ਬਦ ਦੇ ਪ੍ਰੇਮ ਵਿੱਚ ਲੀਨ ਹੋ ਗਏ, ਸਿਆਣੇ ਨੇ, ਸਮਝਦਾਰ ਨੇ। ਗੁਰ ਮਿਲ ਭੌਜਲ ਲੰਗੀ ਹੈ, ਦਰਗਹਿ ਪਤ ਪ੍ਰਵਾਨ। ਸੱਚੇ ਗੁਰੂ ਨਾਲ ਮਿਲਾਪ ਕਰਕੇ ਇਸ ਸੰਸਾਰ ਰੂਪੀ ਸਮੁੰਦਰ ਤੋਂ ਪਾਰ ਲੰਘਣ ਦੀ ਜੁਗਤੀ ਸਤਿਗੁਰੂ ਗੁਰੂ ਸ਼ਬਦ ਨੇ ਗੁਰੂ ਕੇ ਸਿੱਖ ਨੂੰ ਸਮਝਾ ਦਿੱਤੀ। ਤੇ ਜਦੋਂ ਜੁਗਤੀ ਸਮਝ ਆਉਣ ਲੱਗੀ ਨਾ ਗੁਰੂ ਕੇ ਸਿੱਖ ਨੂੰ ਕਿ ਮੈਂ ਸੰਸਾਰ ਰੂਪੀ ਸਮੁੰਦਰ ਤੋਂ ਕਿਵੇਂ ਪਾਰ ਲੰਘਣਾ ਹੈ, ਤੇ ਉਹ ਪ੍ਰਭੂ ਦੀ ਹਾਜ਼ਰੀ ਦੇ ਵਿੱਚ ਟਿਕਣ ਲੱਗਾ, ਤੇ ਫਿਰ ਪ੍ਰਮਾਤਮਾ ਦੀ ਹਾਜ਼ਰੀ ਵਿੱਚ ਜਦੋਂ ਰਹਿਣ ਲੱਗਾ, ਫਿਰ ਇਸ ਸੰਸਾਰ ਰੂਪੀ ਰੱਬ ਦੀ ਦਰਗਾਹ 'ਚ ਵੀ ਪੱਤ ਮਿਲਣ ਲੱਗੀ, ਤੇ ਜੀਵਨ ਸੁਰਖਰੂ ਤੇ ਸੱਚ ਦੇ ਰਾਹ ਤੇ ਤੁਰਨ ਲੱਗਾ। ਨਾਨਕ ਤੇ ਮੁਖ ਉਜਲੇ ਤੁਹਾਨੂੰ ਉਪਜੈ ਸ਼ਬਦ ਨਿਸ਼ਾਨ। ਸਤਿਗੁਰੂ ਕਹਿੰਦੇ ਨਾਨਕ ਜੀ ਆਖਦੇ ਹਨ ਉਹ ਮਨੁੱਖ ਉਜਵਲ ਮਨੁੱਖ ਵਾਲੇ ਸੁਰਖਰੂ ਹਨ ਜਿਨ੍ਹਾਂ ਦੇ ਅੰਦਰ ਗੁਰੂ ਦੇ ਸ਼ਬਦ ਦਾ ਵਾਜਾ ਵੱਜ ਗਿਆ ਹੈ। ਭਾਵ ਜਿਨ੍ਹਾਂ ਨੇ ਗੁਰੂ ਸ਼ਬਦ ਰਾਹੀਂ ਆਪਣੇ ਜੀਵਨ ਨੂੰ ਸਵਾਰ ਲਿਆ ਹੈ, ਆਪਣੇ ਜੀਵਨ ਨੂੰ ਸ਼ਿੰਗਾਰ ਲਿਆ ਹੈ, ਆਪਣੇ ਜੀਵਨ ਵਿੱਚ ਸੱਚ ਸਮਾ ਲਿਆ ਹੈ, ਉਹ ਗੁਰੂ ਵਾਲੇ ਬਣ ਗਏ ਨੇ, ਤੇ ਉਹਨਾਂ ਦਾ ਜੀਵਨ, ਉਹਨਾਂ ਦੀ ਜ਼ਿੰਦਗੀ ਸਫਲ ਹੋ ਗਈ ਹੈ। ਸੋ ਅੱਜ ਦੇ ਇਹ ਪਾਵਨ ਉਪਦੇਸ਼ ਸ਼੍ਰੀ ਰਾਗ ਦੇ ਵਿੱਚੋਂ 22 ਨੰਬਰ ਸ਼ਬਦ ਜਿਹਦੀ ਵਿਚਾਰ ਆਪ ਜੀ ਦੇ ਨਾਲ ਕੀਤੀ ਗਈ ਹੈ। ਰੋਜ਼ਾਨਾ ਹੀ ਇੱਕ ਸ਼ਬਦ ਆਪਾਂ ਗੁਰੂ ਗ੍ਰੰਥ ਸਾਹਿਬ ਦਾ ਵਿਚਾਰਦੇ ਹਾਂ। ਇਹਦੇ ਵਿੱਚ ਨਿਰੋਲ ਤੇ ਨਿਰੋਲ ਗੁਰਬਾਣੀ ਦੇ ਅਰਥਾਂ ਤੇ ਭਾਵ ਅਰਥਾਂ ਦੀ ਵਿਚਾਰ ਕੀਤੀ ਜਾਂਦੀ ਹੈ। ਹੋਰ ਕੋਈ ਵੀ ਬਾਹਰੋਂ ਕੋਈ ਸ਼ਬਦ ਨਹੀਂ ਲਾਇਆ ਜਾਂਦਾ, ਕਿਉਂਕਿ ਮਕਸਦ ਇੱਕ ਹੈ ਕਿ ਆਪਾਂ ਇੱਕ ਸ਼ਬਦ ਦਾ ਰੋਜ਼ ਸਹਿਜ ਪਾਠ ਵਿਚਾਰ ਸਹਿਤ ਕਰੀਏ। ਸੋ ਇਸੇ ਯਤਨ ਦੇ ਅਧੀਨ ਇਹ ਸੇਵਾ ਲੈ ਕੇ ਹਾਜ਼ਰ ਹੋਇਆ ਵਾਂ। ਮੈਂ ਪਹਿਲਾਂ ਵੀ ਬੇਨਤੀ ਬੜੀ ਵਾਰੀ ਕਰ ਚੁੱਕਿਆ, ਬਸ ਇੱਕ ਹੀ ਮਕਸਦ ਹੈ ਕਿ ਆਪਾਂ ਰਲ ਮਿਲ ਕੇ ਗੁਰੂ ਨਾਲ ਜੁੜੀਏ, ਗੁਰੂ ਦੀ ਬਾਣੀ ਦੇ ਨਾਲ ਜੁੜੀਏ, ਆਪਣੇ ਇਸ ਜੀਵਨ ਨੂੰ ਸੰਵਾਰੀਏ, ਤਾਂ ਕਿ ਸਾਡੇ ਜੀਵਨ ਦੇ ਵਿੱਚੋਂ ਸੱਚ ਦੀ ਖੁਸ਼ਬੂ ਆਵੇ ਤੇ ਅਸੀਂ ਸੱਚਾ ਜੀਵਨ ਜਿਉਂਦਿਆਂ ਹੋਇਆਂ, ਸੱਚ ਦੇ ਰਾਹ ਤੇ ਤੁਰਦਿਆਂ ਹੋਇਆਂ, ਜੋ ਗੁਰੂ ਨਾਨਕ ਸਾਹਿਬ ਜੀ ਨੇ ਸਾਡੇ ਅੰਦਰ ਚੰਗੇ ਕਿਰਦਾਰ ਦੀ ਖੁਸ਼ਬੂ ਫੈਲਾਈ ਸੀ, ਅਸੀਂ ਐਸਾ ਕਿਰਦਾਰਿਕ ਜੀਵਨ ਜੀਣ ਲੱਗ ਪਈਏ, ਤੇ ਸਾਡੇ ਗੁਰੂ ਦੀਆਂ ਮਹਿਮਾ, ਸਾਡੇ ਗੁਰੂ ਦੀ ਉਸਤਤ ਤਾਂ ਹੀ ਹੈ ਜੇ ਸਾਡੇ ਵਿੱਚ ਗੁਰੂ ਵਸੇਗਾ। ਸਾਡੇ ਰਾਹੀਂ, ਸਾਡੇ ਨਿਰਮਲ ਜੀਵਨ ਦੇ ਰਾਹੀਂ ਸਾਡੇ ਗੁਰੂ ਦੇ ਨਾਲ ਲੋਕੀ ਪਿਆਰ ਕਰਨਗੇ। ਆਓ ਰਲ ਮਿਲ ਕੇ ਆਪਣੇ ਜੀਵਨ ਨੂੰ ਸੰਭਾਲੀਏ, ਗੁਰੂ ਦੇ ਦੱਸੇ ਰਾਹ ਤੇ ਤੁਰੀਏ,
ਗੁਰੂ ਦੇ ਦੱਸੇ ਗਾਡੀ ਰਾਹ ਨੂੰ ਅਪਣਾਈਏ, ਤਾਂ ਹੀ ਹੋਣਗੇ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭਾਪੇ ਮੇਲੇ, ਹੋਈ ਭੁੱਲ ਗਲਤੀ ਦੀ ਖਿਮਾ। ਬੜੇ ਅਦਬ ਸਤਿਕਾਰ ਦੇ ਨਾਲ ਦੋਵੇਂ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।